ਹੈਲੋ ਗੁੱਡ ਮਾਰਨਿੰਗ ਜੈਨਸੀ ਦੀ ਪ੍ਰਭੂ ਦੀ ਕਿਰਪਾ ਤੁਹਾਡੇ ਸਭ ਦੇ ਉੱਤੇ ਹੋਏ। ਮੈਂ ਯਕੀਨ ਕਰਦੀ ਕਿ ਤੁਸੀਂ ਰਾਜੀ ਖੁਸ਼ ਹੋ, ਪ੍ਰਭੂ ਦੇ ਅਨੁਗ੍ਰਹਿ ਦੇ ਹੇਠ ਹੋ। ਪਰ ਮੇਰੀ ਦੁਆ ਹੈ ਕਿ ਤੁਹਾਡਾ ਅੱਜ ਦਾ ਦਿਨ ਤੇ ਤੁਹਾਡੇ ਆਉਣ ਵਾਲੇ ਸਾਰੇ ਦਿਨ ਮੁਬਾਰਕ ਹੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਓ ਫਟਾਫਟ ਆਪਾਂ ਅੱਜ ਦਾ ਮੰਨਾ ਜਿਹੜਾ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਰਿਸੀਵ ਕਰਦੇ, ਪ੍ਰਭੂ ਦੇ ਵਚਨ ਦੇ ਵਿੱਚੋਂ ਪਾਕਰੂ ਦੀ ਅਗਵਾਈ ਦੇ ਨਾਲ। ਅੱਜ ਆਪਾਂ ਜਿਸ ਵਿਸ਼ੇਸ਼ ਟੌਪਿਕ ਦੇ ਉੱਤੇ ਸਿੱਖਣਾ ਆ, ਉਹ ਟੌਪਿਕ ਆ ਕਿ ਅਸੀਂ ਆਪਣੀ ਮੁਕਤੀ ਨੂੰ ਨਾ ਗਵਾਈਏ। ਹਾਲੇਲੂਇਆ। ਜਾਂ ਅੰਗਰੇਜ਼ੀ 'ਚ ਕਹਿ ਦਈਏ ਡੋਂਟ ਲੂਜ਼ ਯੋਰ ਸਲਵੇਸ਼ਨ। ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਭਰਮ ਇਹ ਆ ਕਿ ਮੁਕਤੀ ਗਵਾਚ ਨਹੀਂ ਸਕਦੀ, ਜਿਹੜੀ ਇੱਕ ਵਾਰੀ ਮਿਲ ਗਈ ਮੁਕਤੀ ਉਹ ਗਵਾਚ ਨਹੀਂ ਸਕਦੀ। ਪਰ ਉਹ ਰੋਂਗ ਆ। ਮੁਕਤੀ ਨੂੰ ਬਣਾਈ ਰੱਖਣ ਵਾਸਤੇ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ, ਤੇ ਮੁਕਤੀ ਨੂੰ ਸੰਭਾਲ ਕੇ ਰੱਖਣ ਵਾਸਤੇ ਸਾਨੂੰ ਐਵਰੀਡੇ ਐਕਸਰਸਾਈਜ਼ ਕਰਨੀ ਪੈਂਦੀ ਆ। ਉਹ ਐਕਸਰਸਾਈਜ਼ ਕੋਈ ਬੈਂਚ ਪ੍ਰੈਸ ਨਹੀਂ ਹੈ, ਕੋਈ ਕਰੰਚਸ ਨਹੀਂ ਹੈ। ਉਹ ਐਕਸਰਸਾਈਜ਼ ਸਪਿਰਿਚੁਅਲ ਐਕਸਰਸਾਈਜ਼ ਆ। ਉਹ ਕੰਮ ਜਿਹੜੇ ਵਚਨ ਸਾਨੂੰ ਕਰਨ ਲਈ ਕਹਿੰਦਾ ਹੈ, ਤੇ ਉਹ ਕੰਮ ਜਿਹੜੇ ਸਾਨੂੰ ਵਚਨ ਛੱਡਣ ਲਈ ਕਹਿੰਦਾ, ਉਹ ਸਾਨੂੰ ਉੱਦਾਂ ਹੀ ਕਰਨਾ ਪੈਂਦਾ ਜਿੱਦਾਂ ਵਚਨ ਕਹਿੰਦਾ ਆ। ਤੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਵਚਨ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ। ਕੁਝ ਵੀ ਕਰਕੇ ਅਸੀਂ ਵਚਨ ਨੂੰ ਆਪਣੇ ਅਨੁਸਾਰ ਨਹੀਂ ਢਾਲ ਸਕਦੇ। ਬਹੁਤ ਸਾਰੇ ਲੋਕ ਆ ਉਹ ਵਚਨ ਨੂੰ ਆਪਣੇ ਅਨੁਸਾਰ ਢਾਲਦੇ ਆ। ਅਗਰ ਉਹ ਆਪਣੇ ਅਨੁਸਾਰ ਵਚਨ ਨੂੰ ਢਾਲਦੇ ਆ ਤਾਂ ਉਹ ਖੁਦ ਨੂੰ ਹੀ ਧੋਖਾ ਦਿੰਦੇ ਆ, ਕਿਉਂਕਿ ਵਚਨ ਨਾ ਬਦਲਣ ਵਾਲੀ ਚੀਜ਼ ਆ। ਵਚਨ ਕੋਈ ਇਹੋ ਜਿਹੀ ਚੀਜ਼ ਨਹੀਂ ਆ ਕਿ ਤੁਸੀਂ ਇਹਨੂੰ ਕਿਸੇ ਹੋਰ ਚੀਜ਼ ਦੇ ਵਿੱਚ ਪਾ ਕੇ ਇਹਦਾ ਜਿਹੜਾ ਰੰਗ ਰੂਪ ਆ ਉਹਨੂੰ ਬਦਲ ਦਿਓ। ਪਰ ਜਿਹੜਾ ਵਚਨ ਆ, ਵਚਨ ਇੱਕ ਸੋਲਿਡ ਉਹਦਾ ਆਪਣਾ ਰੂਪ ਆ। ਵਚਨ ਦੀ ਆਪਣੀ ਸੈਂਸ ਆ, ਉਹਨੂੰ ਕੋਈ ਇਨਸਾਨ ਨਹੀਂ ਬਦਲ ਸਕਦਾ। ਇੱਥੋਂ ਤੱਕ ਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਆਪਣੇ ਨਾਲੋਂ ਵੱਧ ਅਹਿਮੀਅਤ ਆਪਣੇ ਵਚਨ ਨੂੰ ਦਿੰਦਾ ਹੈ। ਤਾਂ ਕਿੰਨਾ ਸਾਨੂੰ ਉਹ ਚੀਜ਼ ਜਿਹੜੀ ਆ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਪਰਮੇਸ਼ਵਰ ਦਾ ਵਚਨ ਆ ਉਹ ਨਾ ਬਦਲੇ ਜਾਣ ਵਾਲਾ ਵਚਨ ਆ। ਕਿਉਂਕਿ ਕਿਸੇ ਮਨੁੱਖ ਦੀ ਗੱਲ ਨਹੀਂ ਆ ਵੀ ਗੱਲ ਕਰਕੇ ਮੁੱਕਰ ਜਾਵੇ, ਗੱਲ ਕਰਕੇ ਕਵੇ ਨਹੀਂ ਮੈਂ ਇਦਾਂ ਨਹੀਂ, ਮੈਂ ਤੇ ਇਦਾਂ ਕਿਹਾ ਸੀਗਾ, ਮੇਰਾ ਆਹ ਨਹੀਂ ਪਰ ਮੇਰਾ ਆਹ ਮਤਲਬ ਸੀ। ਪਰ ਇੱਕ ਪਰਮੇਸ਼ਵਰ ਦਾ ਹੀ ਵਚਨ ਆ। ਉਹਨੇ ਜੋ ਕਿਹਾ ਸੋ ਕਿਹਾ, ਜੋ ਉਹਨੇ ਹੋਣ ਵਾਸਤੇ ਕਹਿ ਦਿੱਤਾ ਉਹ ਹੋਣਾ, ਉਹ ਨਹੀਂ ਟਲ ਸਕਦਾ। ਔਰ ਜੋ ਉਹਨੇ ਕਿਹਾ ਕਿ ਰੁਕ ਜੂਗਾ, ਨਹੀਂ ਹੋਊਗਾ, ਤੇ ਉਹਨੂੰ ਕੋਈ ਕਰ ਨਹੀਂ ਸਕਦਾ। ਸੋ ਪਰਮੇਸ਼ਵਰ ਦਾ ਵਚਨ ਇੱਕ ਪਾਵਰਫੁਲ ਵਚਨ ਆ, ਸਦਾ ਅਟਲ ਰਹਿਣ ਵਾਲਾ ਉਹ ਵਚਨ ਆ ਜਿਹਦੇ ਬਾਰੇ ਚ ਲਿਖਿਆ ਧਰਤੀ ਤੇ ਅਸਮਾਨ ਤੇ ਆਪਣੀ ਜਗ੍ਹਾ ਤੋਂ ਟਲ ਸਕਦੇ, ਪਰ ਪਰਮੇਸ਼ਵਰ ਦਾ ਵਚਨ ਨਹੀਂ। ਹਾਲੇਲੂਇਆ। ਸੋ ਪ੍ਰਭੂ ਦੀ ਵਡਿਆਈ ਹੋਏ। ਜਿਨ੍ਹਾਂ ਨੇ ਮੁਕਤੀ ਨੂੰ ਪ੍ਰਾਪਤ ਕੀਤਾ ਹੈ ਉਹ ਆਪਣੀ ਮੁਕਤੀ ਨੂੰ ਹੁਣ ਸੰਭਾਲ ਕੇ ਰੱਖਣ ਦਾ ਯਤਨ ਕਰਨ, ਕਿਉਂਕਿ ਬਹੁਤ ਸਾਡੀ ਜੀਵਨ ਦੇ ਵਿੱਚ ਇਹੋ ਜਿਹੇ ਕੰਮ ਆ ਜਿਹੜੇ ਰੋਜ਼ ਦੀ ਰੋਜ਼ ਸਾਡੀ ਮੁਕਤੀ ਨੂੰ ਥੋੜਾ ਥੋੜਾ ਕਰਕੇ ਚੋਰੀ ਕਰਦੇ ਆ। ਤੇ ਕਿਤੇ ਉਹ ਨਾ ਹੋਵੇ ਕਿ ਜੇ ਇਸ ਦਿਨ ਸਾਨੂੰ ਮੁਕਤੀ ਦੀ ਜ਼ਰੂਰਤ ਪੈਣੀ ਆ, ਉਸ ਦਿਨ ਮੁਕਤੀ ਸਾਡੇ ਕੋਲ ਹੋਵੇ ਨਾ, ਸਾਡੀ ਮੁਕਤੀ ਗਵਾਚ ਜਾਏ ਜਾਂ ਸਾਡੀ ਮੁਕਤੀ ਮਤਲਬ ਸਾਡੇ ਹੱਥਾਂ ਚੋਂ ਖਿਸਕ ਜਾਏ। ਤਾਂ ਬਹੁਤ ਜ਼ਰੂਰੀ ਆ ਉਹ ਸਲਵੇਸ਼ਨ ਜਿਹੜੀ ਤੁਹਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮਿਲੀ, ਉਹ ਸਲਵੇਸ਼ਨ ਜਿਹੜੀ ਤੁਹਾਨੂੰ ਪਰਮੇਸ਼ਵਰ ਦੇ ਰਹਿਮ ਦਇਆ ਤੇ ਕਿਰਪਾ ਦਾ ਕਰਕੇ ਮਿਲੀ, ਉਹ ਸਾਡੇ ਜੀਵਨ ਦੇ ਵਿੱਚ ਬਣੀ ਰਵੇ। ਆਪਾਂ ਦੇਖੀਏ ਨਵੇਂ ਨੇਮ ਚੋਂ ਆਪਾਂ ਦੇਖ ਲੈਂਦੇ ਪਵਿੱਤਰ ਬਾਈਬਲ ਦੇ ਵਿੱਚੋਂ ਦੂਜਾ ਤਿਮੋਥੀਅਸ ਉਹਦਾ 4 ਨੰਬਰ ਅਧਿਆਇ ਤੋਂ ਦੀ 7 ਤੇ 8 ਨੰਬਰ ਪੰਕਤੀ 'ਚ ਏਦਾਂ ਲਿਖਿਆ ਆ, ਕਹਿੰਦਾ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨੇਚਾ ਦੀ ਸਾਂਭ ਕੀਤੀ ਹੈ। ਹਾਲੇਲੂਇਆ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਜੋ ਧਰਮੀ ਨਿਆਈ ਹੈ ਉਸ ਦਿਨ ਮੈਨੂੰ ਦੇਵੇਗਾ, ਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਨ੍ਹਾਂ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਹਾਲੇਲੂਇਆ। ਇੱਥੇ ਸੰਤ ਪੌਲਸ ਜੀ ਕਹਿ ਰਹੇ ਆ, ਕਹਿੰਦੇ ਮੈਂ ਆਪਣੀ ਨੇਚਾ ਜਿਹੜੀ ਹੈ ਨਾ ਉਹਨੂੰ ਸਾਂਭ ਕੇ ਰੱਖਿਆ ਆ, ਤੇ ਮੈਂ ਇੱਕ ਚੰਗੀ ਲੜਾਈ ਲੜੀ ਆ। ਇਹ ਉਸ ਲੜਾਈ ਦਾ ਜ਼ਿਕਰ ਨਹੀਂ ਆ ਜਿਹੜੀ ਹਥਿਆਰਾਂ ਦੇ ਨਾਲ, ਤਲਵਾਰਾਂ ਦੇ ਨਾਲ, ਡਾਂਗਾਂ ਤੇ ਸੋਟੀਆਂ ਦੇ ਨਾਲ ਲੜੀ ਜਾਂਦੀ ਆ, ਪਰ ਇਹ ਉਹ ਲੜਾਈ ਆ ਜਿਹੜੀ ਆਤਮਿਕ ਜੀਵਨ ਦੇ ਵਿੱਚ ਲੜੀ ਜਾਂਦੀ ਆ। ਉਹ ਲੜਾਈ ਆ ਜਿਹੜੀ ਸਰੀਰਕ ਖੁਆਇਸ਼ਾਂ ਦੇ ਨਾਲ ਲੜੀ ਜਾਂਦੀ ਆ। ਉਹ ਲੜਾਈ ਆ ਜਿਹੜੀ ਮਾਨਸਿਕ ਸੋਚਾਂ ਦੇ ਨਾਲ ਲੜੀ ਜਾਂਦੀ ਆ।
ਉਹ ਲੜਾਈ ਆ ਜਿਹੜੀ ਦਿਲ ਵਿੱਚ ਆਉਣ ਵਾਲੇ ਵਿਚਾਰਾਂ ਦੇ ਨਾਲ ਲੜੀ ਜਾਂਦੀ ਆ। ਇਹ ਉਹ ਲੜਾਈ ਆ ਜਿਹੜੀ ਸ਼ੈਤਾਨ ਦੇ ਵਿਰੁੱਧ ਲੜੀ ਜਾਂਦੀ ਆ। ਇਹ ਉਹ ਲੜਾਈ ਆ ਜਿਹੜੀ ਹਰ ਬੁਰਾਈ ਦੀ ਖਿਲਾਫਤ ਦੇ ਵਿੱਚ ਲੜੀ ਜਾਂਦੀ ਆ। ਮਨੁੱਖਾਂ ਨਾਲ ਨਹੀਂ, ਪਰ ਅੰਧਕੋਰ ਦੀ ਜਿਹੜੀ ਦੁਨੀਆ ਆ ਉਹਦੇ ਰਾਜਿਆਂ ਮਹਾਰਾਜਿਆਂ ਦੇ ਨਾਲ ਇਹ ਲੜਾਈ ਲੜੀ ਜਾਂਦੀ ਆ। ਤਾਂ ਇੱਥੇ ਸੰਤ ਪੌਲਸ ਜੀ ਕਹਿੰਦੇ ਆ, ਮੈਂ ਇੱਕ ਚੰਗੀ ਲੜਾਈ ਜਿਹੜਾ ਆ ਉਹ ਲੜ ਚੁੱਕਾ ਆ ਤੇ ਮੈਂ ਆਪਣੀ ਦੌੜ ਮੁਕਾ ਛੱਡੀ ਤੇ ਮੈਂ ਆਪਣੀ ਜਿਹੜੀ ਨੇਚਾ ਆ ਉਹਦੀ ਸਾਂਭ ਕੀਤੀ ਆ। ਹਾਲੇਲੂਇਆ। ਕਿਉਂ ਉਹਨਾਂ ਨੇ ਕੀਤੀ? ਕਹਿੰਦੇ ਤਾਂ ਜੋ ਜਦੋਂ ਮੈਂ ਪਰਮੇਸ਼ਵਰ ਦੇ ਕੋਲੇ ਜਾਣਾ ਆ, ਜਿਹੜਾ ਮੁਕਤ ਧਰਮ ਦਾ ਮੁਕਤ ਜਿਹੜਾ ਮੇਰੇ ਲਈ ਰੱਖਿਆ ਉਹਨੇ, ਉਹ ਪ੍ਰਭੂ ਜਿਹੜਾ ਧਰਮੀ ਤੇ ਨਿਆਈ ਆ, ਮੈਂ ਉਸ ਮੁਕਤ ਨੂੰ ਪ੍ਰਾਪਤ ਕਰ ਸਕਾਂ। ਸਗੋਂ ਮੇਰੇ ਵਰਗੇ ਉਹ ਸਾਰੇ ਉਸ ਮੁਕਤ ਨੂੰ ਲੈ ਸਕਣ ਜਿਹੜੇ ਪ੍ਰਭੂ ਦੇ ਆਉਣ ਦੀ ਉਡੀਕ ਕਰਦੇ ਆ ਤੇ ਜਿਹੜੇ ਨੇਚਾ ਰੱਖਦੇ ਆ ਪਰਮੇਸ਼ਵਰ ਦੇ ਉੱਤੇ। ਹਾਲੇਲੂਇਆ। ਸੋ ਅਸੀਂ ਇੱਕ ਚੰਗੀ ਲੜਾਈ ਲੜਨੀ ਆ। ਅਸੀਂ ਵੀ ਆਪਣੀਆਂ ਖੁਆਇਸ਼ਾਂ ਦੇ ਜਿਹੜੇ ਆ ਖਿਲਾਫਤ ਵਿੱਚ ਇੱਕ ਲੜਾਈ ਲੜਨੀ ਆ। ਹਮੇਸ਼ਾ ਜਿਹੜੀਆਂ ਖੁਆਇਸ਼ਾਂ ਆ ਨਾ ਉਹ ਮਨੁੱਖ ਨੂੰ ਉਹ ਪਾਪ ਕਰਨ ਲਈ ਉਕਸਾ ਦਿੰਦੀਆਂ ਆ। ਖੁਆਇਸ਼ ਆ ਕਿ ਮੇਰੀ ਇਹ ਤੀਵੀਂ ਨਹੀਂ ਹੋਣੀ ਚਾਹੀਦੀ ਸੀ, ਮੇਰੀ ਉਹ ਤੀਵੀਂ ਹੋਣੀ ਚਾਹੀਦੀ ਸੀ, ਤੇ ਉਹਦੇ ਪ੍ਰਤੀ ਫਿਰ ਮਨ 'ਚ ਗਲਤ ਵਿਚਾਰ ਆਉਣ ਲੱਗ ਜਾਂਦੇ। ਖੁਆਇਸ਼ ਆ ਕਿਸੇ ਦੀ ਕਿ ਇਹ ਮੇਰਾ ਬੰਦਾ ਨਹੀਂ ਹੋਣਾ ਚਾਹੀਦਾ ਸੀ, ਮੇਰਾ ਹੋਰ ਕੋਈ ਬੰਦਾ ਹੋਣਾ ਚਾਹੀਦਾ ਸੀ, ਤੇ ਉਹਦੇ ਪ੍ਰਤੀ ਉਹਦੇ ਮਨ 'ਚ ਗਲਤ ਵਿਚਾਰ ਆਉਣ ਲੱਗ ਜਾਂਦੇ। ਖੁਆਇਸ਼ ਆ ਮੇਰੇ ਕੋਲੇ ਇਹ ਘਰ ਨਹੀਂ ਹੋਣਾ ਚਾਹੀਦਾ ਸੀ, ਉਹ ਘਰ ਹੋਣਾ ਚਾਹੀਦਾ ਸੀ, ਇਹ ਨੌਕਰੀ ਨਹੀਂ ਹੋਣੀ ਚਾਹੀਦੀ ਸੀ, ਉਹ ਨੌਕਰੀ ਹੋਣੀ ਚਾਹੀਦੀ ਸੀ। ਤਾਂ ਉਹਨਾਂ ਚੀਜ਼ਾਂ ਦੇ ਪ੍ਰਤੀ ਸਾਡਾ ਲਾਲਚ ਵੱਧ ਜਾਂਦਾ, ਔਰ ਉਸ ਲਾਲਚ ਦੇ ਵਸ ਦੇ ਵਿੱਚ ਪੈ ਕੇ ਮਨੁੱਖ ਗਲਤ ਕੰਮ ਕਰਨ ਲੱਗ ਜਾਂਦਾ। ਤੇ ਵਚਨ 'ਚ ਲਿਖਿਆ, ਆਪਣੇ ਗੁਆਂਢੀ ਦੀ ਚੀਜ਼ ਦੀ ਲਾਲਸਾ ਨਾ ਕਰ। ਤਾਂ ਇਸ ਤਰੀਕੇ ਦੇ ਨਾਲ ਖੁਆਇਸ਼ਾਂ ਬਹੁਤ ਤਰ੍ਹਾਂ ਦੇ ਪਾਪ ਜਿਹੜੀਆਂ ਆ ਉਹ ਸਾਡੇ ਤੋਂ ਕਰਵਾ ਦਿੰਦੀਆਂ ਆ। ਤਾਂ ਅਸੀਂ ਇੱਕ ਲੜਾਈ ਖੁਆਇਸ਼ਾਂ ਦੇ ਵਿਰੁੱਧ ਲੜਨੀ ਆ, ਉਹਨਾਂ ਖੁਆਇਸ਼ਾਂ ਨੂੰ ਮਾਰਨਾ ਆ, ਉਹਨਾਂ ਖੁਆਇਸ਼ਾਂ ਨੂੰ ਆਪਣੇ ਅੰਦਰੋਂ ਕੱਢਣਾ ਆ, ਆਪਣੇ ਆਪ ਨੂੰ ਉਹਨਾਂ ਖੁਆਇਸ਼ਾਂ ਦੇ ਗੁਲਾਮ ਨਹੀਂ ਹੋਣ ਦੇਣਾ। ਬਹੁਤ ਸਾਰੇ ਲੋਕ ਕਹਿੰਦੇ ਇਹ ਤਾਂ ਸਾਡੀ ਖੁਆਇਸ਼ ਹੀ ਆ ਨਾ, ਅਸੀਂ ਕਰਦੇ ਥੋੜੀ ਆ, ਇਹ ਤਾਂ ਮੇਰੀ ਸੋਚ ਆ, ਇਹ ਤਾਂ ਮੇਰੇ ਮਨ ਦੀ ਇੱਛਾ ਆ, ਪਰ ਮੈਂ ਕੀਤਾ ਥੋੜੀ। ਤੁਸੀਂ ਨਹੀਂ ਕਰ ਸਕਦੇ, ਇਸ ਲਈ ਨਹੀਂ ਹੋ ਰਿਹਾ। ਅਗਰ ਪੋਸੀਬਲ ਹੁੰਦਾ ਤੁਹਾਡੇ ਲਈ ਤਾਂ ਤੁਸੀਂ ਜ਼ਰੂਰ ਕਰ ਲੈਣਾ ਸੀ। ਅਗਰ ਮਨੁੱਖੀ ਤੌਰ ਤੇ ਸਰੀਰਕ ਸਜ਼ਾ ਦਾ ਡਰ ਨਾ ਹੁੰਦਾ ਤਾਂ ਤੁਸੀਂ ਪਿੱਛੇ ਨਹੀਂ ਹਟਣਾ ਸੀ, ਤੁਸੀਂ ਪੰਗਾ ਲੈਣਾ ਹੀ ਸੀ, ਤੁਸੀਂ ਜ਼ਰੂਰ ਕਰ ਲੈਣਾ ਸੀ। ਪਰ ਕੁਛ ਨਾ ਕੁਛ ਹੈ ਜਿਸ ਚੀਜ਼ ਨੇ ਤੁਹਾਨੂੰ ਰੋਕਿਆ, ਜਿਸ ਕਰਕੇ ਤੁਸੀਂ ਰੁਕੇ ਆ। ਸਿਰਫ ਇਸੇ ਲਈ ਨਹੀਂ ਕਿ ਤੁਸੀਂ ਧਰਮੀ ਪਰਮੇਸ਼ਵਰ ਦਾ ਕਰਕੇ ਰੁਕੇ ਕਿ ਮੈਂ ਉਸ ਪਰਮੇਸ਼ਵਰ ਨੂੰ ਪ੍ਰੇਮ ਕਰਦਾ ਤੇ ਮੇਰੇ ਪਰਮੇਸ਼ਵਰ ਨੂੰ ਪਸੰਦ ਨਹੀਂ, ਮੈਂ ਇਸ ਲਈ ਰੁਕਿਆ ਹੋਇਆ। ਬਹੁਤ ਘੱਟ ਲੋਕ ਆ ਜਿਹੜੇ ਇਸ ਤਰੀਕੇ ਦਾ ਕਰਕੇ ਰੁਕਦੇ ਆ। ਅਦਰਵਾਈਜ਼ ਬਸ ਦੁਨੀਆ ਦਾ ਡਰ, ਸਟੇਟਸ ਖਰਾਬ ਹੋਣ ਦਾ ਡਰ, ਬੱਚੇ ਕੀ ਕਹਿਣਗੇ ਉਹ ਡਰ, ਕੋਈ ਹੋਰ ਤਰੀਕੇ ਦੀ ਸਜ਼ਾ ਮਿਲ ਸਕਦੀ ਉਹ ਡਰ, ਉਹਨਾਂ ਚੀਜ਼ਾਂ ਦਾ ਕਰਕੇ ਪਾਪ ਤੋਂ ਰੁਕੇ ਹੁੰਦੇ, ਅਦਰਵਾਈਜ਼ ਨਹੀਂ। ਪਰ ਅਸੀਂ ਇੱਕ ਚੰਗੀ ਦੌੜ ਦੌੜਨੀ ਆ। ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਮਨ 'ਚ ਆਉਣ ਹੀ ਨਹੀਂ ਦੇਣਾ। ਅਗਰ ਕਿਤੇ ਉਹ ਵਿਚਾਰ ਮਨ ਵਿੱਚ ਆ ਗਿਆ ਤੇ ਉਸ ਵਿਚਾਰ ਨੂੰ ਪਾਣੀ ਨਹੀਂ ਪਾਉਣਾ, ਉਸ ਖੁਆਇਸ਼ ਨੂੰ ਪਾਣੀ ਨਹੀਂ ਪਾਉਣਾ, ਬਹਿ ਕੇ ਸੋਚਣਾ ਨਹੀਂ ਉਹਦੇ ਬਾਰੇ ਵਿੱਚ ਕਾਸ਼ ਏਦਾਂ ਹੁੰਦਾ। ਤਾਂ ਉਹਨਾਂ ਚੀਜ਼ਾਂ ਨੂੰ ਉਸੇ ਵੇਲੇ ਕੱਟ ਕਰਨਾ ਕਿ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹੁਕਮ ਦਿੰਨਾ, ਇਹ ਗਲਤ ਸੋਚ ਮੇਰੇ ਦਿਲ 'ਚੋਂ ਦਿਮਾਗ 'ਚੋਂ ਜਾਏ, ਵਾਪਸ ਕਦੀ ਵੀ ਮੇਰੇ ਦਿਲ ਤੇ ਦਿਮਾਗ ਦੇ ਉੱਤੇ ਇਹਦਾ ਕੋਈ ਕਬਜ਼ਾ ਨਾ ਹੋਏ। ਮੈਂ ਮੁਕੰਮਲ ਤਰੀਕੇ ਨਾਲ ਆਜ਼ਾਦ ਆ, ਮੇਰੀਆਂ ਸੋਚਾਂ ਆਜ਼ਾਦ ਆ, ਮੇਰਾ ਮਨ ਆਜ਼ਾਦ ਆ। ਇਸ ਲਈ ਨਹੀਂ ਕਿ ਇਹ ਪਰਮੇਸ਼ਵਰ ਦੀ ਜਿਹੜਾ ਮੇਰੇ ਕੋਲ ਸਮਾਂ ਦਿੱਤਾ ਹੈ, ਪਰਮੇਸ਼ਵਰ ਨੇ ਜਿਹੜੀ ਮੈਨੂੰ ਆਜ਼ਾਦੀ ਦਿੱਤੀ ਉਹਦਾ ਗਲਤ ਇਸਤੇਮਾਲ ਕਰੇ, ਪਰ ਇਸ ਲਈ ਮੈਂ ਆਜ਼ਾਦ ਆ ਕਿ ਇਹ ਮੇਰੀ ਆਜ਼ਾਦੀ ਆ ਕਿ ਮੈਂ ਹੁਣ ਦੁਬਾਰਾ ਕਿਸੇ ਖੁਆਇਸ਼, ਕਿਸੇ ਸੋਚ, ਕਿਸੇ ਵਿਚਾਰ, ਉਹਨਾਂ ਚੀਜ਼ਾਂ ਦਾ ਗੁਲਾਮ ਨਹੀਂ ਬਣੂੰਗਾ। ਹਾਲੇਲੂਇਆ। ਕਿਉਂਕਿ ਮੈਂ ਇੱਕ ਚੰਗਾ ਮੁਕਤ, ਜਿਹੜਾ ਧਰਮ ਦਾ ਮੁਕਤ ਆ, ਜਿਹੜਾ ਮੇਰੀ ਦੌੜਨ ਦਾ ਕਰਕੇ ਮੇਰੇ ਲਈ ਪ੍ਰਾਈਜ਼ ਫਿਕਸ ਕੀਤਾ ਗਿਆ ਪਰਮੇਸ਼ਵਰ ਦੇ ਵੱਲੋਂ, ਮੈਂ ਉਸ ਪ੍ਰਾਈਜ਼ ਨੂੰ ਲੈਣਾ ਹੈ, ਮੈਂ ਉਸ ਪ੍ਰਾਈਜ਼ ਨੂੰ ਲੈਣਾ ਹੈ, ਇਨਾਮ ਨੂੰ ਲੈਣਾ। ਮੈਂ ਉਹ ਚੀਜ਼ ਜਿਹੜੀ ਪਰਮੇਸ਼ਵਰ ਨੇ ਮੇਰੇ ਲਈ ਰੱਖੀ, ਮੈਂ ਉਸ ਨੂੰ ਪ੍ਰਾਪਤ ਕਰਨਾ। ਇਸ ਲਈ ਹਰ ਵੇਲੇ ਤੁਸੀਂ ਆਪਣੀਆਂ ਸੋਚਾਂ ਦੀ ਰਾਖੀ ਕਰਨੀ, ਆਪਣੇ ਖਿਆਲਾਂ ਦੀ ਰਾਖੀ ਕਰਨੀ ਹੈ। ਕਿਸੇ ਵੀ ਗਲਤ ਚੀਜ਼ ਨੂੰ ਆਪਣੇ ਮਨ ਵਿੱਚ ਆਉਣ ਹੀ ਨਹੀਂ ਦੇਣਾ, ਚਾਹੇ ਉਹ ਨਫ਼ਰਤ ਹੋਏ, ਚਾਹੇ ਉਹ ਵਿਭਾਚਾਰ ਹੋਏ, ਚਾਹੇ ਉਹ ਲਾਲਚ ਹੋਏ। ਹਾਲੇਲੂਇਆ। ਇੱਕ ਹੋਰ ਵਰਸ ਆਪਾਂ ਦੇਖ ਲੈਂਦੇ ਆ ਪਵਿੱਤਰ ਬਾਈਬਲ 'ਚੋਂ, ਤੇ ਦੈਨ ਫਿਰ ਆਪਾਂ ਪ੍ਰਾਰਥਨਾ ਕਰਾਂਗੇ। ਆਓ ਆਪਾਂ ਦੇਖਦੇ ਹਾਂ 1 Corinthians, ਉਹਦਾ ਆਪਾਂ 9 ਨੰਬਰ ਅਧਿਆਇ ਦੇਖਦੇ ਹਾਂ ਤੇ ਉਹਦੀ 27 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖ ਲੈਂਦੇ। ਇੱਥੇ ਲਿਖਿਆ, ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ, ਭਈ ਇਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ।
ਹਾਲੇਲੂਇਆ। ਸੋ ਇੱਥੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਪ੍ਰਭੂ ਦਾ ਦਾਸ ਕਹਿ ਰਿਹਾ, ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਤੇ ਆਪਣੇ ਵੱਸ ਵਿੱਚ ਲਿਆਉਂਦਾ ਆ। ਉਹਨੇ ਆਪਣੇ ਸਰੀਰ ਨੂੰ ਕੰਟਰੋਲ ਕਰਨ ਦੇ ਲਈ ਮਾਰਦਾ ਕੁੱਟਦਾ ਆ। ਉਹ ਮਾਰਨਾ ਕੁੱਟਣਾ ਇੱਕ ਰੀਤ ਦੇ ਅਨੁਸਾਰ ਨਹੀਂ ਹੈ ਕਿ ਉਹ ਆਪਣੇ ਸਰੀਰ ਨੂੰ ਜ਼ਖਮੀ ਕਰਦਾ ਆ, ਹਰਟ ਕਰਦਾ ਆ। ਉਹ ਆਪਣੀ ਬੋਡੀ ਨੂੰ ਬਾਹਰੋਂ ਹਰਟ ਨਹੀਂ ਕਰਦਾ, ਪਰ ਉਹ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਹੈ ਕਿ ਮੇਰਾ ਸਰੀਰ ਕਹਿੰਦਾ ਕਿ ਤੂੰ ਹੁਣ ਰਾਤ ਨੂੰ ਸੁੱਤਾ ਰਹਿ, ਤੈਨੂੰ ਕੀ ਜ਼ਰੂਰਤ ਹੈ ਪ੍ਰਾਰਥਨਾ ਕਰਨ ਦੀ। ਮੈਂ ਅੱਜ ਦੇ ਹਿਸਾਬ ਦੇ ਨਾਲ ਉਸ ਗੱਲ ਨੂੰ ਕਰ ਰਹੀ, ਪਰ ਇੱਥੇ ਸੰਤ ਪੌਲੁਸ ਗੱਲ ਕਰ ਰਹੇ ਆ। ਉਹ ਕਹਿੰਦੇ, ਤੁਸੀਂ ਦੇਖੋ ਨਾ, ਉਹ ਪ੍ਰਭੂ ਦਾ ਚੇਲਾ ਜਿਹਨੇ ਪਾਖਰੂ ਤੋਂ ਜਿਹੜਾ ਆ ਉਹ ਅਭਿਸ਼ੇਕ ਪਾਇਆ, ਰੈਵਲੇਸ਼ਨ ਪਾਇਆ, ਤਾਂ ਉਹ ਇੰਨਾ ਪੌਲੁਸ ਨੇ ਪ੍ਰਚਾਰ ਕੀਤਾ, ਸੰਤ ਪੌਲੁਸ ਨੇ। ਨਵੇਂ ਨੇਮ ਦਾ ਜਿਹੜਾ ਆ ਆਈ ਥਿੰਕ 1/3 ਜਿਹੜਾ ਆ ਉਹ ਸੰਤ ਪੌਲੁਸ ਦੀਆਂ ਰਾਈਟਿੰਗਸ ਆ। ਤਾਂ ਜਿਹਨੂੰ ਇੰਨਾ ਗਿਆਨ ਆ, ਫਿਰ ਵੀ ਟੈਂਪਟੇਸ਼ਨਸ ਉਹਦੇ ਉੱਤੇ ਹਮਲਾ ਕਰਦੀਆਂ ਆ, ਅਜਮਾਇਸ਼ਾਂ ਉਹਦੇ ਉੱਤੇ ਆਉਂਦੀਆਂ ਆ, ਪਰ ਉਹਨਾਂ ਅਜਮਾਇਸ਼ਾਂ ਦੇ ਵਿੱਚੋਂ ਖਰਾ ਨਿਕਲੇ, ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਚੰਗਾ ਸਿੱਧ ਹੋਵੇ, ਤਾਂ ਉਹ ਆਪਣੇ ਆਪ ਨੂੰ ਕੰਟਰੋਲ ਕਰਦਾ ਰਹਿੰਦਾ ਹੈ, ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਲੱਗਾ ਰਹਿੰਦਾ ਕਿ ਕਿਤੇ ਇੱਦਾਂ ਨਾ ਹੋਏ ਕਿ ਦੂਜਿਆਂ ਨੂੰ ਤਾਂ ਮੈਂ ਸਿਖਾਈ ਜਾਵਾਂ, ਪਰ ਮੈਂ ਆਪ ਕਿਤੇ ਕਿਸੇ ਚੀਜ਼ ਦੇ ਵੱਸ ਵਿੱਚ ਪੈ ਕੇ ਤੇ ਮੈਂ ਖੁਦ ਦਾ ਜਿਹੜਾ ਹੈ ਉਹ ਨਾਸ਼ ਨਾ ਕਰ ਲਵਾਂ। ਕਹਿੰਦਾ ਇਹ ਨਾ ਹੋਵੇ ਕਿ ਮੈਂ ਦੂਜਿਆਂ ਨੂੰ ਤੇ ਉਪਦੇਸ਼ ਕਰਾਂ ਤੇ ਆਪ ਪ੍ਰਵਾਨ ਹੋ ਜਾਵਾਂ, ਕਿ ਮੈਂ ਪਰਮੇਸ਼ਵਰ ਦੀ ਨਜ਼ਰ 'ਚ ਪ੍ਰਵਾਨ ਹੀ ਨਾ ਹੋਵਾਂ। ਸੋ ਇਹ ਚੀਜ਼ ਆ ਕਿ ਅਸੀਂ ਆਪਣੇ ਸਰੀਰ ਨੂੰ ਮਾਰਨਾ ਕੁੱਟਣਾ ਆ, ਕਿ ਸਰੀਰ ਕਹਿੰਦਾ ਨਹੀਂ ਤੂੰ ਰਾਤ ਨੂੰ ਉੱਠ ਕੇ ਪ੍ਰਾਰਥਨਾ ਨਹੀਂ ਕਰਨੀ, ਤੈਨੂੰ ਕੀ ਜ਼ਰੂਰਤ ਆ 1 ਵਜੇ ਉੱਠਣ ਦੀ, 2 ਵਜੇ ਉੱਠਣ ਦੀ, ਪ੍ਰਾਰਥਨਾ ਕਰਨ ਦੀ, ਤੈਨੂੰ ਕੀ ਜ਼ਰੂਰਤ ਆ ਤੜਕੇ 4 ਵਜੇ ਪਰਮੇਸ਼ਵਰ ਦੇ ਅੱਗੇ ਗੋਡੇ ਟੇਕਣ ਦੀ। ਤੂੰ ਸੁੱਤਾ ਰਹਿ ਆਰਾਮ ਦੇ ਨਾਲ, ਠੰਡ ਆ, ਗਰਮੀ ਆ, ਤੂੰ ਚਰਚ ਵਿੱਚ ਜਾਏਗਾ, ਅੱਜ ਮੀਂਹ ਪੈ ਰਿਹਾ ਆ, ਤੈਨੂੰ ਚਰਚ ਜਾਣ ਦੀ ਜ਼ਰੂਰਤ ਨਹੀਂ, ਅੱਜ ਗਰਮੀ ਬੜੀ ਆ, ਤੈਨੂੰ ਚਰਚ ਜਾਣ ਦੀ ਜ਼ਰੂਰਤ ਨਹੀਂ ਆ, ਤੈਨੂੰ ਕੀ ਲੋੜ ਆ ਐਡਾ ਬਾਬਾ ਬਣ ਕੇ ਬਹਿਣ ਦੀ। ਤਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਜਾਂਦੀਆਂ। ਤਾਂ ਉਸ ਤਰੀਕੇ ਦੇ ਨਾਲ ਇੱਥੇ ਸੰਤ ਪੌਲੁਸ ਕਹਿ ਰਹੇ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ, ਇਹ ਨਾ ਹੋਏ ਕਿਤੇ ਮੈਂ ਅਪਰਵਾਨ ਨਾ ਹੋ ਜਾਵਾਂ। ਪਾਵਸ ਆਪਣੇ ਸਰੀਰ ਨੂੰ ਉਹ ਕਹਿੰਦਾ ਨਹੀਂ, ਮੈਂ ਮੁਕਤੀ ਨੂੰ ਪ੍ਰਾਪਤ ਕੀਤਾ, ਮੈਂ ਮੁਕਤੀ ਦਾ ਮੁਕਤ ਲੈਣਾ ਆ। ਜਿਹੜਾ ਪਰਮੇਸ਼ਵਰ ਨੇ ਮੇਰੇ ਲਈ ਮੁਕਤੀ ਦਾ ਮੁਕਤ ਠਹਿਰਾਇਆ, ਮੈਂ ਉਸ ਮੁਕਤ ਨੂੰ ਪ੍ਰਾਪਤ ਕਰਨਾ ਆ। ਇਸ ਲਈ ਮੈਂ ਆਪਣੀ ਨੀਂਦ ਨੂੰ ਵੀ ਮਾਰਾਂਗਾ, ਮੈਂ ਆਪਣੀਆਂ ਖੁਆਇਸ਼ਾਂ ਨੂੰ ਵੀ ਮਾਰਾਂਗਾ, ਮੈਂ ਆਪਣੇ ਸੁੱਖ ਆਰਾਮ ਨੂੰ ਵੀ ਛੱਡਾਂਗਾ ਤਾਂ ਜੋ ਮੇਰਾ ਮੁਕਤ ਬਣਿਆ ਰਹੇ। ਬਹੁਤ ਵਾਰੀ ਅਸੀਂ ਇਹੋ ਜਿਹੀਆਂ ਚੀਜ਼ਾਂ ਕਰ ਜਾਂਦੇ ਆ, ਸਿਰਫ ਆਪਣੇ ਮਨ ਦੇ ਵਸ ਵਿੱਚ ਪੈ ਕੇ, ਆਪਣੇ ਸਰੀਰ ਦੇ ਵਸ ਵਿੱਚ ਪੈ ਕੇ, ਜਿਹੜੀਆਂ ਚੰਗੀਆਂ ਨਹੀਂ ਆ ਔਰ ਉਹ ਸਾਨੂੰ ਕਰਨੀਆਂ ਵੀ ਨਹੀਂ ਚਾਹੀਦੀਆਂ, ਪਰ ਅਸੀਂ ਕਰ ਜਾਂਦੇ ਆ। ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇੱਦਾਂ ਦੱਸਦਾ ਆ, ਅਸੀਂ ਆਪਣੀ ਮੁਕਤੀ ਦੀ ਰਾਖੀ ਕਰਨੀ ਆ। ਕਿਉਂਕਿ ਦੇਖੋ ਹੁਣ ਇੱਥੇ ਲਿਖਿਆ ਮੈਂ ਕਿਤੇ ਅਪਰਵਾਨ ਨਾ ਹੋ ਜਾਵਾਂ। ਅਪਰਵਾਨ ਨਾ ਹੋ ਜਾਵਾਂ ਦਾ ਮਤਲਬ ਕੀ ਆ? ਅਗਰ ਅਸੀਂ ਮੁਕਤੀ ਇੱਕ ਵਾਰੀ ਪਾ ਲਈ ਆ, ਜੇ ਉਹ ਮੁਕਤੀ ਸਦਾ ਲਈ ਬਣੀ ਰਹਿੰਦੀ, ਫਿਰ ਤਾਂ ਅਪਰਵਾਨ ਹੋਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਪਰ ਇੱਥੇ ਪ੍ਰਭੂ ਦਾ ਦਾਸ ਜਿਹਦੀ ਬਾਣੀ ਪਵਿੱਤਰ ਬਾਈਬਲ 'ਚ ਦਰਜ ਹੋ ਗਈ, ਉਹ ਕਹਿ ਰਿਹਾ ਕਿ ਉਹਨੂੰ ਡਰ ਆ ਕਿ ਕਿਤੇ ਮੇਰੀ ਮੁਕਤੀ ਜਿਹੜੀ ਉਹ ਖੁੱਸ ਨਾ ਜਾਏ, ਉਹ ਕਿਤੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਰਹਿ ਨਾ ਜਾਏ, ਕਿਤੇ ਪ੍ਰਵਾਨ ਹੋਣਾ ਨਾ ਰਹਿ ਜਾਏ। ਤਾਂ ਇਹਦਾ ਮਤਲਬ ਆ ਕਿ ਮੁਕਤੀ ਗਵਾਚ ਸਕਦੀ ਆ। ਅਰੇ ਡੈਫੀਨੇਟਲੀ ਮੁਕਤੀ ਗਵਾਚਦੀ ਆ। ਮੁਕਤੀ ਮਿਲਦੀ ਕਿਉਂ ਆ, ਜਾਂ ਮੁਕਤੀ ਦਾ ਮਤਲਬ ਕੀ? ਮੁਕਤੀ ਦਾ ਮਤਲਬ ਹੀ ਇਹ ਆ ਕਿ ਅਸੀਂ ਮੁਕਤ ਹੋ ਗਏ ਉਸ ਸਜ਼ਾ ਤੋਂ ਜਿਹੜੀ ਪਾਪ ਕਰਨ ਵਾਲਿਆਂ ਨੂੰ ਮਿਲਣੀ, ਉਸ ਸਜ਼ਾ ਤੋਂ ਮੁਕਤ ਹੋ ਗਏ। ਉਹ ਖੁਆਇਸ਼ਾਂ ਜਿਹੜੀਆਂ ਪਾਪ ਵਾਲੀਆਂ ਸੀ, ਉਹਨਾਂ ਖੁਆਇਸ਼ਾਂ ਤੋਂ ਮੁਕਤ ਹੋ ਗਏ। ਅਸੀਂ ਉਹਨਾਂ ਚੀਜ਼ਾਂ ਤੋਂ ਮੁਕਤ ਹੋ ਗਏ ਜਿਹੜੀਆਂ ਨਾਸ਼ ਕਰਨ ਵਾਲੀਆਂ, ਉਹਨੂੰ ਕਹਿੰਦੇ ਮੁਕਤੀ। ਅਸੀਂ ਗੁਲਾਮੀ ਦੇ ਬੰਧਨਾਂ ਤੋਂ ਮੁਕਤ, ਅਸੀਂ ਬੁਰੀਆਂ ਸੋਚਾਂ ਤੋਂ ਮੁਕਤ, ਅਸੀਂ ਬੁਰੀਆਂ ਖੁਆਇਸ਼ਾਂ ਤੋਂ ਮੁਕਤ, ਅਸੀਂ ਲਾਲਚ ਤੋਂ ਮੁਕਤ, ਅਸੀਂ ਹਰਾਮਕਾਰੀ ਤੋਂ ਮੁਕਤ, ਅਣਆਗਿਆਕਾਰੀ ਤੋਂ ਮੁਕਤ, ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਗਏ। ਹੁਣ ਜੇ ਤੁਸੀਂ ਮੁਕਤ ਹੋਣ ਦੇ ਬਾਅਦ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਆਓਗੇ ਤਾਂ ਕੀ ਹੋਏਗਾ? ਹੁਣ ਤੁਸੀਂ ਫਿਰ ਮੁਕਤ ਤੇ ਨਹੀਂ ਰਹੋਗੇ, ਫਿਰ ਬੰਧਨਾਂ ਦੇ ਵਿੱਚ ਹੋ ਜਾਓਗੇ। ਤਾਂ ਮੁਕਤ ਬਣੇ ਰਹਿਣ ਦੇ ਲਈ ਮੁਕਤੀ ਨੂੰ ਸੰਭਾਲਣ ਦੀ ਜ਼ਰੂਰਤ ਆ। ਇਸ ਲਈ ਇੱਦਾਂ ਨਹੀਂ ਹੈ ਕਿ ਇੱਕ ਵਾਰੀ ਮੈਂ ਪਾਪਾਂ ਦੀ ਤੌਬਾ ਕਰ ਲਈ ਤੇ ਉਹਦੇ ਬਾਅਦ ਵਿੱਚ ਮੈਨੂੰ ਕੋਈ ਵਚਨ ਪੜ੍ਹਨ ਦੀ ਜ਼ਰੂਰਤ ਨਹੀਂ, ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ, ਚਰਚ ਵਿੱਚ ਜਾਣ ਦੀ ਜ਼ਰੂਰਤ ਨਹੀਂ। ਮੁਕਤੀ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਚਰਚ ਵੀ ਜਾਣਾ ਪੈਣਾ, ਪ੍ਰਾਰਥਨਾ ਵੀ ਕਰਨੀ ਪੈਣੀ, ਔਰ ਧਾਰਮਿਕਤਾ ਦੇ ਕੰਮ ਵੀ ਕਰਨੇ ਪੈਣੇ ਆ, ਤਾਂ ਜੋ ਤੁਸੀਂ ਅੱਛੀ ਲੜਾਈ ਲੜ ਕੇ, ਚੰਗੀ ਦੌੜ ਕੇ ਮੁਕਤੀ ਦੇ ਮੁਕਤ ਨੂੰ ਪ੍ਰਾਪਤ ਕਰੋ ਸਕੋ, ਧਰਮ ਦੇ ਮੁਕਤ ਨੂੰ ਪ੍ਰਾਪਤ ਕਰ ਸਕੋ,
ਜਿਹੜਾ ਇਨਾਮ ਵਜੋਂ ਪਰਮੇਸ਼ਵਰ ਨੇ ਆਪਣੇ ਧੀਆਂ ਪੁੱਤਰਾਂ ਦੇ ਲਈ ਠਹਿਰਾਇਆ ਹੈ। ਮੈਂ ਯਕੀਨ ਕਰਦੀ ਹਾਂ ਅੱਜ ਦਾ ਇਹ ਵਚਨ ਬਹੁਤਿਆਂ ਦੇ ਸਵਾਲ ਦਾ ਜਵਾਬ ਸੀਗਾ ਕਿ ਮੁਕਤੀ ਜਿਹੜੀ ਆ ਕਿ ਉਹਨੂੰ ਸੰਭਾਲਣਾ ਪੈਂਦਾ, ਕਿ ਮੁਕਤੀ ਗਵਾਚ ਸਕਦੀ ਆ ਜਾਂ ਸਾਨੂੰ ਰੈਗੂਲਰ ਕਿੱਦਾਂ ਮੁਕਤੀ ਦੇ ਵਿੱਚ ਬਣੇ ਰਹਿਣਾ ਆ, ਕਿੱਦਾਂ ਅਸੀਂ ਗਲਤ ਥਾਟਸ ਤੋਂ ਬਚਣਾ। ਅੱਜ ਕੱਲ੍ਹ ਵੈਰੀ ਗੰਦੇ ਵਿਚਾਰਾਂ ਦੇ ਰਾਹੀਂ, ਲਸਟ ਵਾਲੇ ਥਾਟਸ ਦੇ ਰਾਹੀਂ ਬਹੁਤ ਹਮਲਾ ਕਰ ਰਿਹਾ ਹੈ ਲੋਕਾਂ ਦੇ ਉੱਤੇ। ਵਿਭਚਾਰ ਦੀਆਂ ਸੋਚਾਂ ਬਹੁਤ ਉਹਨਾਂ ਦੇ ਮਨ ਦੇ ਵਿੱਚ ਪਾਉਂਦਾ, ਵਿਭਚਾਰ ਦੇ ਖਿਆਲ ਬਹੁਤ ਪਾਉਂਦਾ। ਕੋਈ ਉਹਨਾਂ ਦੇ ਸਾਹਮਣੇ ਦੀ ਨਿਕਲਦਾ ਤੇ ਉਹਨਾਂ ਦੇ ਅੰਦਰ ਗਲਤ ਨਜ਼ਰ, ਗਲਤ ਭਾਵਨਾ ਜਿਹੜੀ ਆ ਉਹ ਉੱਠਦੀ ਆ। ਕਈਆਂ ਦੀ ਆਪਣੇ ਬੱਚਿਆਂ ਦੇ ਪ੍ਰਤੀ ਉੱਠਣ ਲੱਗ ਜਾਂਦੀ ਹੈ, ਕਈਆਂ ਦੇ ਆਪਣੇ ਭੈਣਾਂ ਭਰਾਵਾਂ ਦੇ ਪ੍ਰਤੀ, ਕਈਆਂ ਦੇ ਆਪਣੇ ਇਨ-ਲॉज ਦੇ ਵਿੱਚ ਜਿਹੜੇ ਰਿਲੇਸ਼ਨਸ ਹੁੰਦੇ ਆ, ਭਰਜਾਈਆਂ ਦੇ ਪ੍ਰਤੀ, ਗੁਆਂਢੀਆਂ ਦੇ ਪ੍ਰਤੀ, ਕਈਆਂ ਕਿਸੇ ਦਾ ਆਪਣੇ ਦੇਰ ਜੇਠ ਦੇ ਪ੍ਰਤੀ। ਭਾਵ ਵਿਚਾਰ ਦੇ ਰਾਹੀਂ ਵੈਰੀ ਬਹੁਤ ਜ਼ਬਰਦਸਤ ਹਮਲਾ ਕਰ ਰਿਹਾ ਆ। ਪਲੀਜ਼ ਪਰਮੇਸ਼ਵਰ ਦੇ ਦਿੱਤੇ ਆਤਮਿਕ ਸ਼ਸਤਰਾਂ ਵਸਤਰਾਂ ਨੂੰ ਧਾਰੋ ਔਰ ਆਪਣੀ ਮੁਕਤੀ ਦੀ ਰਾਖੀ ਕਰੋ। ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਸ ਬੰਦੇ ਨੂੰ ਦੇਖ ਕੇ, ਜਿਸ ਔਰਤ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਗਲਤ ਵਿਚਾਰ ਚੱਲਦੇ ਆ, ਉਸ ਜਗ੍ਹਾ ਤੋਂ ਮੂਵ ਹੋ ਜਾਓ, ਉਸ ਜਗ੍ਹਾ ਨੂੰ ਛੱਡ ਕੇ ਚਲੇ ਜਾਓ। ਅਗਰ ਨਹੀਂ ਜਾ ਸਕਦੇ ਤੇ 2 ਮਿੰਟ ਲਈ ਅੱਖਾਂ ਬੰਦ ਕਰਕੇ ਕਹੋ, ਪਵਿੱਤਰ ਆਤਮਾ ਮੇਰੇ ਮਨ ਦੀ ਰਾਖੀ ਕਰੇ, ਪਵਿੱਤਰ ਆਤਮਾ ਮੇਰੇ ਮਨ ਤੇ ਕੰਟਰੋਲ ਲਵੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਮਨ ਵਿੱਚ ਆ ਰਹੀਆਂ, ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਨੂੰ ਬਾਹਰ ਕੱਢਦਾ ਹਾਂ। ਮੈਂ ਇਹਨਾਂ ਚੀਜ਼ਾਂ ਦਾ ਗੁਲਾਮ ਨਹੀਂ, ਮੈਂ ਇਹਨਾਂ ਚੀਜ਼ਾਂ ਦਾ ਵਸ ਨਹੀਂ, ਪਰ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਫਤਿਹ ਪਾਈ ਆ। ਮੈਂ ਮੁਕਤੀ ਦਾ ਵਾਰਿਸ ਹਾਂ, ਮੈਂ ਮੁਕਤੀ ਦਾ ਮੁਕਟ ਹਾਸਲ ਕਰਨਾ, ਮੁਕਤੀ ਮੇਰਾ ਹਿੱਸਾ ਆ ਔਰ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਲਹੂ ਦੇ ਦੁਆਰਾ ਮੈਨੂੰ ਮੁਕਤੀ ਬਖਸ਼ੀ ਹੈ। 2 ਮਿੰਟ ਵੀ ਨਹੀਂ ਲੱਗਣਗੇ ਤੁਹਾਨੂੰ ਇਹ ਚੀਜ਼ ਕਹਿਣ ਦੇ ਲਈ, ਤਾਂ ਤੁਸੀਂ ਉਸ ਚੀਜ਼ ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋਵੋਗੇ ਪਾਕ ਰੂਹ ਦੀ ਮਦਦ ਦੇ ਨਾਲ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ 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 ਬਲੈਸ ਕਰਨ। ਸੋ ਆਓ ਪ੍ਰਾਰਥਨਾ ਕਰੀਏ ਤਾਂ ਜੋ ਅੱਜ ਦਾ ਦਿਨ ਮੁਬਾਰਕ ਠਹਿਰੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। Thank you, Father. Thank you, Father. Thank you, Father. Hallelujah, hallelujah, hallelujah. ਸਰਵ ਸ਼ਕਤੀਮਾਨ ਪ੍ਰਭੂ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਪ੍ਰਭੂ ਜੀ। ਅੱਜ ਦੇ ਦਿਨ ਦੇ ਲਈ ਮੇਰੇ ਪ੍ਰਭੂ, ਸੁੰਦਰ ਸਵੇਰ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ। ਤੁਸੀਂ ਅੱਜ ਦਾ ਜੀਵਨ ਸਾਨੂੰ ਦਿੱਤਾ ਮੇਰੇ ਪ੍ਰਭੂ, ਅੱਜ ਦਾ ਨਵਾਂ ਦਿਨ ਸਾਨੂੰ ਦਿੱਤਾ ਮੇਰੇ ਪਿਤਾ ਪਰਮੇਸ਼ਵਰ। ਅਸੀਂ ਧੰਨਵਾਦ ਕਰਦੇ ਹਾਂ, ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਕਿ ਅੱਜ ਦਾ ਦਿਨ ਸਾਡੇ ਜੀਵਨ ਦੇ ਵਿੱਚ ਮੁਬਾਰਕ ਹੋਏ, ਬਣਿਆ ਰਹੇ ਮੇਰੇ ਪ੍ਰਭੂ। ਅੱਜ ਦੇ ਦਿਨ ਮੇਰੇ ਪ੍ਰਭੂ ਅਸੀਂ ਉਸ ਮੁਕਤੀ ਨੂੰ ਜਿਹੜੀ ਗਵਾਚ ਰਹੀ ਆ ਵਾਪਸ ਹਾਸਲ ਕਰ ਸਕੀਏ ਔਰ ਉਹਨੂੰ ਸੰਭਾਲ ਕੇ ਰੱਖ ਸਕੀਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪ੍ਰਭੂ ਜੀ ਸਾਡੀ ਮਦਦ ਕਰਨਾ ਉਹਨਾਂ ਚੀਜ਼ਾਂ ਉੱਤੇ ਫਤਿਹ ਪਾਉਣ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀ ਮੁਕਤੀ ਦੀ ਚੋਰੀ ਕਰਦੀਆਂ, ਜਿਹੜੀਆਂ ਚੀਜ਼ਾਂ ਚਾਹੁੰਦੀਆਂ ਕਿ ਸਾਡੀ ਮੁਕਤੀ ਗਵਾਚ ਜਾਏ। ਸਾਨੂੰ ਉਹਨਾਂ ਚੀਜ਼ਾਂ ਤੋਂ, ਉਹਨਾਂ ਖਿਆਲਾਂ ਤੋਂ, ਉਹਨਾਂ ਵਿਚਾਰਾਂ ਤੋਂ, ਉਹਨਾਂ ਕੰਮਾਂ ਤੋਂ, ਉਹਨਾਂ ਲੋਕਾਂ ਤੋਂ, ਵੈਰੀ ਦੀ ਉਹਨਾਂ ਸ਼ਕਤੀਆਂ ਤੋਂ ਮੇਰੇ ਪ੍ਰਭੂ ਸਾਨੂੰ ਵੱਖਰੇ ਕਰ ਦਿਓ, ਡਿਲੀਵਰ ਕਰ ਦਿਓ, ਆਜ਼ਾਦ ਕਰ ਦਿਓ ਮੇਰੇ ਖੁਦਾਵੰਦ ਖੁਦਾ। ਪ੍ਰਭੂ ਸਾਡੀਆਂ ਸੋਚਾਂ, ਵਿਚਾਰਾਂ, ਦਿਲ ਦੀਆਂ ਖਿਆਲਾਂ ਦੇ ਉੱਤੇ ਕਬਜ਼ਾ ਕਰੋ ਮੇਰੇ ਪ੍ਰਭੂ। ਸਾਡੇ ਅੰਦਰੋਂ ਖੁਆਇਸ਼ਾਂ ਮਰ ਜਾਣ, ਜਿਹੜੀਆਂ ਖੁਆਇਸ਼ਾਂ ਪਾਪ ਨੂੰ ਜਨਮ ਦਿੰਦੀਆਂ। ਸਾਡੇ ਅੰਦਰੋਂ ਹਰਾਮ ਕਰੀ ਜਾਏ, ਅਣਆਗਿਆਕਾਰੀ ਜਾਏ, ਲਾਲਚ ਜਾਏ, ਕ੍ਰੋਧ ਜਾਏ, ਹਰੇਕ ਉਹ ਬੁਰੀ ਚੀਜ਼ ਚਲੀ ਜਾਏ ਜਿਹੜੀ ਸਾਡੀ ਮੁਕਤੀ ਦੇ ਖਿਲਾਫਤ ਵਿੱਚ ਕੰਮ ਕਰਦੀ ਹੈ। ਪ੍ਰਭੂ ਸਾਨੂੰ ਇਹ ਮੁਕਤੀ ਹਰ ਹਾਲ ਦੇ ਵਿੱਚ ਬਣੀ ਰਹੇ ਮੇਰੇ ਪ੍ਰਭੂ। ਸਾਡੇ ਜੀਵਨ ਦੇ ਵਿੱਚ ਪਾਕ ਰੂਹ ਦੇ ਦੁਆਰਾ ਸਾਡੀ ਮਦਦ ਕਰੋ ਪ੍ਰਭੂ ਜੀ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਹਰ ਰੋਗੀ ਜੋ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਚੰਗਾ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਦੁਸ਼ਟ ਦੇ ਜਕੜੇ ਆਜ਼ਾਦ ਹੋ ਜਾਣ, ਸਿਰ ਤੋਂ ਲੈ ਕੇ ਪੈਰਾਂ ਤੱਕ। ਅਗਰ ਕੋਈ ਵੀ ਬਿਮਾਰੀ ਇਹਨਾਂ ਦੇ ਜਿਸਮ ਦੇ ਵਿੱਚ ਕੰਮ ਕਰਦੀ, ਕੋਈ ਵਾਇਰਸ, ਕੋਈ ਇਨਫੈਕਸ਼ਨ ਕੰਮ ਕਰਦਾ ਆ, ਤਾਂ ਉਹ ਚਲਿਆ ਜਾਏ, ਖਤਮ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਔਰ ਪ੍ਰਭੂ ਤੁਹਾਡੀ ਕਿਰਪਾ, ਤੁਹਾਡਾ ਅਨੁਗ੍ਰਹਿ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਜੀਵਨ ਦੇ ਵਿੱਚ ਆਏ, ਇਹਨਾਂ ਦੇ ਘਰਾਣੇ 'ਚ ਆਏ, ਇਹਨਾਂ ਦੇ ਬੱਚਿਆਂ ਦੇ ਜੀਵਨ ਦੇ ਵਿੱਚ ਆਏ ਪ੍ਰਭੂ। ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਕਾਰੋਬਾਰ ਬਲੈਸ ਹੋਣ ਮੇਰੇ ਪ੍ਰਭੂ। ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਖਤਮ ਹੋ ਜਾਣ। ਜਿਨ੍ਹਾਂ ਦੇ ਕੋਲ ਬੱਚੇ ਦੀ ਆਸ਼ੀਸ਼ ਨਹੀਂ ਆ, ਬੰਦ ਕੁੱਖਾਂ ਖੁੱਲਣ ਔਰ ਉਹ ਬੱਚੇ ਦੀ ਆਸ਼ੀਸ਼ ਨੂੰ ਰਿਸੀਵ ਕਰਨ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਜਿਨ੍ਹਾਂ ਦਾ ਮਾਲ ਡੰਗਰ ਤੰਦਰੁਸਤ ਨਹੀਂ ਰਹਿੰਦਾ, ਲਵੇਰਾ ਨਹੀਂ ਰਹਿੰਦਾ ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦਾ ਮਾਲ ਡੰਗਰ ਦੀ ਤੰਦਰੁਸਤੀ ਮੰਗਦੇ ਆ, ਉਹਨਾਂ ਦੇ ਲਵੇਰੇ ਦੇ ਵਿੱਚ ਵਾਧਾ ਮੰਗਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਦੁੱਧ ਘਿਓ ਦੀਆਂ ਨਦੀਆਂ ਉਹਨਾਂ ਦੇ ਘਰਾਂ 'ਚ ਵਗਣ ਪ੍ਰਭੂ। ਤੁਸੀਂ ਬਲੈਸ ਕਰੋ ਆਪਣੇ ਲੋਕਾਂ ਨੂੰ, ਇਹਨਾਂ ਦੇ ਖੇਤ ਮੁਬਾਰਕ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਇਹਨਾਂ ਦਾ ਆਤਮਿਕ ਜੀਵਨ ਤੁਹਾਡੀ ਨਜ਼ਰ ਦੇ ਵਿੱਚ ਖਰਾ ਹੋਏ ਮੇਰੇ ਪ੍ਰਭੂ। ਔਰ ਮੇਰੇ ਪਿਤਾ ਪਰਮੇਸ਼ਵਰ ਹਰੇਕ ਖੋਟ ਤੋਂ ਸਾਨੂੰ ਸੰਭਾਲੋ ਤੇ ਬਚਾ ਕੇ ਰੱਖੋ ਮੇਰੇ ਪ੍ਰਭੂ। ਸਾਨੂੰ ਬਲੈਸ ਕਰੋ, ਸਾਡੇ ਧੀਆਂ ਪੁੱਤਰਾਂ ਨੂੰ ਬਲੈਸ ਕਰੋ ਹਰ ਬੁਰੀ ਆਦਤ ਤੋਂ, ਹਰ ਬੁਰਾਈ ਤੋਂ, ਬੁਰੀ ਸੰਗਤ ਤੋਂ। ਸਾਡੇ ਬੁੱਲਾਂ ਨੂੰ ਮੇਰੇ ਪ੍ਰਭੂ ਝੂਠ ਬੋਲਣ ਤੋਂ ਤੇ ਮਕਰ ਬਕਣ ਤੋਂ ਬਚਾ ਕੇ ਰੱਖਣਾ, ਰੋਕ ਕੇ ਰੱਖਣਾ
ਪ੍ਰਭੂ ਤੁਹਾਡੀ ਕਿਰਪਾ ਤੇ ਤੁਹਾਡਾ ਅਨੁਗ੍ਰਹਿ ਸਾਡੇ ਜੀਵਨ ਦੇ ਵਿੱਚ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੀਕਰ ਬਣਿਆ ਰਹੇ ਮੇਰੇ ਪ੍ਰਭੂ ਜੀ। ਔਰ ਸਾਡੇ ਸਿਰ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਉਹ ਮੁਕਟ ਸਜੇ, ਜਿਹੜਾ ਮੁਕਟ ਮੇਰੇ ਪ੍ਰਭੂ ਸਾਡੇ ਲਈ ਇਨਾਮ ਵਜੋਂ ਰੱਖਿਆ। ਸਾਡੀ ਬੇਨਤੀ ਨੂੰ ਸੁਣੋ। ਇਹ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪਿਤਾ ਪਰਮੇਸ਼ਰ ਜੀ ਕੋਲੋਂ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਗॉड ਬlesਸ ਯੂ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਣ। ਤੁਹਾਡੀ ਮੁਕਤੀ ਹਮੇਸ਼ਾ ਹਮੇਸ਼ਾ ਬਰਕਰਾਰ ਰਹੇ। ਤੁਹਾਡੇ ਬੱਚਿਆਂ ਦੇ ਉੱਤੇ ਤੁਹਾਡੇ ਪਰਮੇਸ਼ਰ ਦੀ ਮੁਕਤੀ ਆਏ। ਤੁਹਾਡੇ ਘਰਾਂ ਦੇ ਵਿੱਚ, ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬਰਕਤ ਆਏ, ਪਰਮੇਸ਼ਰ ਜੀ ਦੀ ਬਾਦਸ਼ਾਹਤ ਆਏ। ਗॉड ਬlesਸ ਯੂ। ਹੈਵ ਅ ਬlesed day।